ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਸਮਝਣ ਦੇ ਯਤਨ ਵਜੋਂ ਗੁਰਬਾਣੀ ਵਿਚਾਰ ਦੀ ਲੜੀ ਸ਼ੁਰੂ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੇਵਲ ਪੰਜਾਬੀ ਭਾਸ਼ਾ ਵਿੱਚ ਨਹੀਂ, ਇਸ ਤੋਂ ਬਿਨਾਂ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਦੇ ਸ਼ਬਦ ਵਰਤੇ ਗਏ ਹਨ। ਇਹਨਾਂ ਭਾਸ਼ਾਵਾਂ ਦੇ ਸ਼ਬਦਾਂ ਵਿੱਚ ਮੁੱਖ ਤੌਰ 'ਤੇ ਅਰਬੀ, ਫਾਰਸੀ ਅਤੇ ਸੰਸਕ੍ਰਿਤ ਸ਼ਬਦ ਹਨ, ਜਿਹੜੇ ਉਚਾਰਨ ਨੂੰ ਵੀ ਪ੍ਰਭਾਵਿਤ ਕਰਦੇ ਹਨ ਅਤੇ ਅਰਥਾਂ ਨੂੰ ਵੀ। ਪਰ ਜਿਵੇਂ ਪਾਠ ਪ੍ਰਚਲਿਤ ਹੋ ਚੁੱਕਾ ਹੈ ਜਾਂ ਪ੍ਰਚਲਿਤ ਹੋ ਰਿਹਾ ਹੈ, ਇਸ ਵਿੱਚ ਭਾਸ਼ਾਵਾਂ ਦੇ ਸ਼ਬਦਾਂ ਦਾ, ਵੱਖ-ਵੱਖ ਭਾਸ਼ਾਵਾਂ ਦੇ ਸ਼ਬਦਾਂ ਦਾ ਜੋ ਉਚਾਰਨ ਨੂੰ ਪ੍ਰਭਾਵਿਤ ਕਰਦੀਆਂ ਹਨ, ਬਹੁਤ ਘੱਟ ਧਿਆਨ ਰੱਖਿਆ ਜਾਂਦਾ ਹੈ। ਪੈਰਾਂ ਵਿੱਚ ਲੱਗੇ ਹੋਏ ਚਿੰਨ੍ਹ ਵੀ ਅਕਸਰ ਛੱਡ ਕੇ ਪਾਠ ਕੀਤਾ ਜਾ ਰਿਹਾ ਹੈ। ਅੱਜ ਦੀ ਵਿਚਾਰ ਲੜੀ ਵਿੱਚ ਸ਼ਬਦ ਦੋ ਲੈ ਗਏ ਹਨ। ਇੱਕ ਸ਼ਬਦ ਹਿੰਦੁਸਤਾਨ ਦੀਆਂ ਪੁਰਾਤਨ ਪੁਸਤਕਾਂ ਨਾਲ ਸੰਬੰਧ ਰੱਖਦਾ ਹੈ, ਜਿਸ ਨੂੰ ਸਿਮਰਤੀਆਂ ਕਿਹਾ ਜਾਂਦਾ ਹੈ। ਦੂਸਰਾ ਸ਼ਬਦ ਜਿਸ ਦਾ ਅਰਥ ਹੈ ਯਾਦ ਕਰਨਾ, ਚੇਤੇ ਰੱਖਣਾ। ਇਹ ਦੋਵੇਂ ਸ਼ਬਦ ਗੌੜੀ ਸੁਖਮਨੀ ਮਹਲਾ ਪੰਜਵਾਂ ਦੇ ਸਿਰਲੇਖ ਰਚੀ ਬਾਣੀ ਵਿੱਚ ਕਈ ਵਾਰ ਵਰਤੇ ਗਏ ਹਨ। ਸੁਖਮਨੀ ਬਾਣੀ ਦਾ ਪਾਠ ਵੀ ਅੱਜ ਕੱਲ੍ਹ CDs, VCDs ਉੱਪਰ ਉਪਲਬਧ ਹੈ। TV ਚੈਨਲਾਂ ਉੱਪਰ ਵੀ ਇਹ ਪਾਠ ਹੁੰਦੇ ਦਿਖਾਏ ਜਾ ਰਹੇ ਹਨ। ਜਿਸ ਤਰ੍ਹਾਂ ਸਤਿਗੁਰੂ ਜੀ ਨੇ ਬਾਣੀ ਵਿੱਚ ਸ਼ਬਦ ਜੋੜਾਂ ਦੀ ਬਖਸ਼ਿਸ਼ ਕੀਤੀ ਹੈ, ਇਸ ਬਖਸ਼ਿਸ਼ ਨੂੰ ਜਾਂ ਸ਼ਬਦ ਜੋੜਾਂ ਨੂੰ ਬਹੁਤਾ ਧਿਆਨ ਵਿੱਚ ਨਹੀਂ ਰੱਖਿਆ ਜਾ ਰਿਹਾ। ਪੁਰਾਤਨ ਜੋ ਨਿਯਮ ਹੈ ਗੁਰਬਾਣੀ ਨੂੰ ਲਿਖਣ ਦਾ, ਸ਼ਬਦ ਜੋੜਾਂ ਦੀ ਜੋ ਰਚਨਾ ਹੈ ਪੁਰਾਤਨ ਢੰਗ ਨਾਲ ਕੀਤੀ ਗਈ, ਇਸ ਨੂੰ ਸਮਝਣ ਵਾਸਤੇ ਬਹੁਤ ਘੱਟ ਯਤਨ ਕੀਤਾ ਜਾ ਰਿਹਾ ਹੈ। ਨਿੱਜੀ ਤੌਰ 'ਤੇ ਕਿਸੇ ਨੇ ਪਾਠ ਕਰਨਾ ਹੋਵੇ ਤਾਂ ਆਰਾਮ ਨਾਲ ਆਪਣੇ ਘਰ ਬੈਠ ਕੇ ਜਾਂ ਕਿਤੇ ਵੀ ਆਪਣੇ ਆਪ ਨੂੰ ਸੁਣਾਉਣ ਵਾਸਤੇ ਕੀਤਾ ਜਾ ਸਕਦਾ ਹੈ। ਮੁਬਾਰਕ ਹੈ। ਜਦੋਂ ਪਾਠ ਸਾਧ ਸੰਗਤ 'ਚ ਬੈਠ ਕੇ ਸੁਣਾਉਣਾ ਹੋਵੇ ਸਰੋਤਿਆਂ ਨੂੰ, ਚਾਹੇ ਕਥਾ ਰਾਹੀਂ, ਚਾਹੇ ਕੀਰਤਨ ਰਾਹੀਂ, ਚਾਹੇ ਸਹਿਜ ਪਾਠ ਰਾਹੀਂ, ਅਖੰਡ ਪਾਠ ਰਾਹੀਂ, ਤਾਂ ਗੱਲ ਜ਼ਰੂਰ ਵਿਚਾਰਨਯੋਗ ਬਣ ਜਾਂਦੀ ਹੈ ਕਿ ਪਾਠ ਕਿਸ ਢੰਗ ਨਾਲ ਕੀਤਾ ਜਾਵੇ
ਤਾਂ ਜੋ ਉਚਾਰਨ ਦੀਆਂ ਲੀਹਾਂ ਗਲਤ ਨਾ ਪੈਣ। ਲੀਹਾਂ ਗਲਤ ਅਕਸਰ ਇਸੇ ਤਰ੍ਹਾਂ ਹੀ ਪੈਂਦੀਆਂ ਹਨ ਜਦੋਂ ਸਟੇਜ ਤੋਂ ਬੋਲਣ ਵਾਲੇ ਬੋਲਦੇ ਹਨ। ਸਰੋਤੇ ਵਿਸ਼ਵਾਸ ਕਰਦੇ ਹਨ, ਬੋਲੇ ਗਏ ਸ਼ਬਦਾਂ ਨੂੰ ਕਾਪੀ ਕਰਦੇ ਹਨ, ਉਸੇ ਤਰ੍ਹਾਂ ਬੋਲਣ ਯਤਨ ਕਰਦੇ ਹਨ, ਕਿਉਂਕਿ ਵਿਸ਼ਵਾਸ ਹੁੰਦਾ ਹੈ ਕਥਾਵਾਚਕ ਉੱਪਰ ਅਤੇ ਹੋਰ ਪ੍ਰਚਾਰਕਾਂ ਉੱਪਰ। ਪਰ ਐਸਾ ਬਹੁਤ ਘੱਟ ਹੁੰਦਾ ਹੈ। ਜਦੋਂ ਪਾਠ ਕਿਸੇ ਨੂੰ ਪੜ੍ਹ ਕੇ ਸੁਣਾਉਣਾ ਹੋਵੇ ਤਾਂ ਜ਼ਰੂਰੀ ਹੈ ਕਿ ਸ਼ਬਦ ਜੋੜਾਂ ਦਾ ਵੀ ਗਿਆਨ ਹੋਵੇ। ਬਹੁਤ ਸਾਰੇ ਪੱਖ ਹਨ ਗੁਰਬਾਣੀ ਨੂੰ ਸ਼ੁੱਧ ਪੜ੍ਹਨ ਦੇ, ਜਿਨ੍ਹਾਂ ਤੋਂ ਪ੍ਰਚਾਰਕ ਨੂੰ ਜਾਂ ਬਾਣੀ ਪੜ੍ਹ ਕੇ ਸੁਣਾਉਣ ਵਾਲੇ ਨੂੰ ਬੋਧ ਹੋਣਾ ਜ਼ਰੂਰੀ ਹੈ। ਸੋ ਸੁਖਮਨੀ ਬਾਣੀ ਦੀ ਰਿਕਾਰਡਿੰਗ ਵਿੱਚ ਜੋ ਸ਼ਬਦ ਸਿਮਰਤੀ ਅਤੇ ਸਿਮਰਤ ਦੋ ਸ਼ਬਦ ਆਉਂਦੇ ਹਨ, ਇਹਨਾਂ ਦੀ ਵਿਚਾਰ ਕੀਤੀ ਜਾਏਗੀ। ਜਿਵੇਂ CDs ਅਤੇ VCDs ਵਿੱਚ ਰਿਕਾਰਡਿੰਗ ਹੋ ਚੁੱਕੀ ਹੈ, ਸਰੋਤੇ ਉਹ ਵੀ ਸੁਣਨ ਅਤੇ ਜਿਸ ਤਰ੍ਹਾਂ ਸ਼ਬਦ ਜੋੜਾਂ ਦੀ ਬਣਤਰ ਹੈ ਅਸਲ ਵਿੱਚ ਉਸ ਨੂੰ ਵੀ ਦੇਖਣ ਅਤੇ ਜੋ ਅੰਤਰ ਹੈ ਉਹ ਆਪ ਦੇਖਣ ਕਿ ਇਹ ਰਿਕਾਰਡਿੰਗ ਕਿਸ ਤਰ੍ਹਾਂ ਚੱਲਦੀ ਹੈ ਅਤੇ ਅਸਲ ਵਿੱਚ ਸ਼ਬਦ ਜੋੜ ਕਿਸ ਤਰ੍ਹਾਂ। ਸੋ ਪੰਕਤੀ ਆਉਂਦੀ ਹੈ, ਵੇਦ ਪੁਰਾਣ ਸਿਮ੍ਰਿਤੀ ਸ਼ੋਧਾਖਿਰ। ਵੇਦ ਪੁਰਾਣ ਸਿਮ੍ਰਿਤੀ ਸ਼ੋਧਾਖਿਰ। ਇਹ ਪੰਕਤੀ ਸੁਖਮਨੀ ਦੀ ਅਸ਼ਟਪਦੀ ਦੇ ਪਹਿਲੇ ਭਾਗ ਵਿੱਚ ਹੀ ਪਹਿਲੇ ਪਦੇ ਵਿੱਚ ਹੀ ਹੈ। ਇਸ ਪੰਕਤੀ ਵਿੱਚ ਸ਼ਬਦ ਹੈ ਸਿਮ੍ਰਿਤੀ। ਸ਼ਬਦ ਜੋੜਾਂ ਵੱਲ ਧਿਆਨ ਦੇਈਏ ਤਾਂ ਸੱਸਾ ਅੱਖਰ ਨਾਲ ਸਿਹਾਰੀ ਹੈ, ਮੰਮਾ ਅੱਖਰ ਨਾਲ ਸਿਹਾਰੀ ਹੈ, ਮੰਮਾ ਅੱਖਰ ਦੇ ਪੈਰ ਵਿੱਚ ਅੱਧਾ ਰਾਰਾ ਹੈ, ਤੱਤੇ ਅੱਖਰ ਨੂੰ ਵੀ ਸਿਹਾਰੀ ਹੈ। ਤਿੰਨ ਸਿਹਾਰੀਆਂ ਹਨ। ਸਿਹਾਰੀ ਨੂੰ ਬੋਲੇ ਜਾਣ ਦਾ ਨਿਯਮ ਇੱਥੇ ਲਾਗੂ ਹੁੰਦਾ ਹੈ। ਦੂਸਰਾ ਨਿਯਮ ਲਾਗੂ ਹੁੰਦਾ ਹੈ, ਪੈਰ ਵਿੱਚ ਰਾਰਾ ਹੈ, ਮੰਮਾ ਅੱਖਰ ਦੇ ਪੈਰ ਵਿੱਚ ਰਾਰਾ ਹੈ। ਇਹ ਵੀ ਨਿਯਮ ਦੇਖਣਾ ਹੈ ਕਿ ਪੈਰ ਵਿੱਚ ਅੱਖਰ ਜੇ ਕੋਈ ਲੱਗਾ ਹੋਇਆ, ਜਿਸ ਅੱਖਰ ਦੇ ਪੈਰ ਵਿੱਚ ਅੱਧਾ ਅੱਖਰ ਪਿਆ ਹੋਇਆ, ਉਸ ਅੱਖਰ ਦੀ ਵੱਡੇ ਅੱਖਰ ਦੀ ਜੋ ਮਾਤਰਾ ਹੈ ਇਹ ਕਿਵੇਂ ਬੋਲੀ ਜਾਣੀ ਹੈ, ਕਿਸ ਅੱਖਰ ਨਾਲ ਬੋਲੀ ਜਾਣੀ ਹੈ, ਤਾਂ ਜੋ ਇਨਸਾਫ ਹੋ ਸਕੇ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਸ਼ਬਦ ਦਾ ਪਾਠ ਸ਼ੁੱਧ ਹੋ ਸਕਦਾ ਹੈ। ਸੱਸਾ ਅੱਖਰ ਨਾਲ ਲੱਗੀ ਹੋਈ ਸਿਹਾਰੀ, ਇਸ ਨੂੰ ਆਮ ਠੀਕ ਪੜ੍ਹਿਆ ਜਾਂਦਾ ਹੈ। ਅੱਗੇ ਜੋ ਦੋ ਸਿਹਾਰੀਆਂ ਹਨ ਇਹਨਾਂ ਨੂੰ ਬਿਲਕੁਲ ਹੀ ਛੱਡ ਕੇ ਇਸ ਸ਼ਬਦ ਨੂੰ ਪੜ੍ਹਿਆ ਜਾਂਦਾ ਹੈ ਸਿਮਰਤ। ਰਿਕਾਰਡਿੰਗ ਵੀ ਬੋਲਦੀ ਹੈ ਵੇਦ ਪੁਰਾਣ ਸਿਮਰਤ। ਸਿਮਰਤ ਤੋਂ ਬਾਅਦ ਰਿਕਾਰਡਿੰਗ ਬੋਲਦੀ ਹੈ ਸੁਦਾਖਰ। ਇਸ ਦੀ ਵਿਚਾਰ ਬਾਅਦ ਵਿੱਚ ਕੀਤੀ ਜਾਵੇਗੀ ਕਿ ਸ਼ਬਦ ਸੁਦਾਖਰ ਹੈ ਜਾਂ ਕੋਈ ਹੋਰ। ਸਿਮ੍ਰਿਤੀ ਸ਼ਬਦ ਲਿਖਿਆ ਹੋਇਆ ਹੈ ਤਿੰਨ ਸਿਹਾਰੀਆਂ ਤਿੰਨ ਅੱਖਰਾਂ ਨਾਲ,
ਮੱਮੇ ਅੱਖਰ ਦੇ ਪੈਰ ਚੱਦਾ ਰਾਰਾ, ਇਹਨਾਂ ਸਾਰੀਆਂ ਮਾਤਰਾ ਨੂੰ ਸ਼ਬਦ ਜੋੜਾਂ ਵਿੱਚ ਜੋ ਹਨ ਧਿਆਨ ਵਿੱਚ ਰੱਖੀਏ ਤਾਂ ਸੱਸੇ ਨੂੰ ਸਿਹਾਰੀ ਬੋਲੀ ਜਾਣੀ ਹੈ, ਤੱਤਾ ਅੱਖਰ ਨਾਲ ਸਿਹਾਰੀ ਬੋਲੀ ਜਾਣੀ ਹੈ, ਮੰਮਾ ਅੱਖਰ ਨਾਲ ਸਿਹਾਰੀ ਨਹੀਂ ਬੋਲੀ ਜਾਣੀ। ਕਿਉਂ ਨਹੀਂ ਬੋਲੀ ਜਾਣੀ? ਕਿਉਂਕਿ ਇਸ ਅੱਖਰ ਦੇ ਪੈਰ ਵਿੱਚ ਅੱਧਾ ਰਾਰਾ ਹੈ। ਇਹ ਜੋ ਅੱਧਾ ਰਾਰਾ ਹੈ, ਇਸ ਅੱਧੇ ਰਾਰੇ ਨਾਲ ਮੰਮਾ ਅੱਖਰ ਦੀ ਜੋ ਸਿਹਾਰੀ ਹੈ ਬੋਲੀ ਜਾਣੀ ਹੈ। ਮੰਮਾ ਅੱਖਰ ਮੁਕਤਾ ਹੋ ਜਾਣਾ। ਸੋ ਇਸ ਨਿਯਮ ਨੂੰ ਸਾਹਮਣੇ ਰੱਖੀਏ ਤਾਂ ਪਾਠ ਬਣੇਗਾ ਸਿਮਰਿਤੀ। ਸਿਮ ਸ਼ਬਦ ਬਣ ਜਾਏਗਾ ਕਿਉਂਕਿ ਮੰਮਾ ਅੱਖਰ ਦੀ ਸਿਹਾਰੀ ਖਤਮ ਹੋ ਜਾਏਗੀ ਤੇ ਸਿਮ ਰਹਿ ਜਾਏਗਾ। ਇਹ ਸਿਹਾਰੀ ਰਾਰਾ ਅੱਖਰ ਨਾਲ ਬੋਲੀ ਜਾਏਗੀ ਜੋ ਪੈਰ ਵਿੱਚ ਹੈ, ਉਹ ਬਣੇਗਾ ਸਿਮਰੀ। ਮਿਰ ਦਾ ਮਰੀ ਬਣ ਜਾਏਗਾ ਤੇ ਅੱਗੇ ਤੱਤੇ ਨੂੰ ਸਿਹਾਰੀ ਹੈ। ਸੋ ਇਸ ਦਾ ਪਾਠ ਸਿਮਰਿਤੀ। ਟ੍ਰਾਂਸਲਿਟਰੇਸ਼ਨ ਅੰਗਰੇਜ਼ੀ ਵਿੱਚ ਕੀਤਾ ਜਾਏ ਇਸ ਸ਼ਬਦ ਦਾ ਤਾਂ ਬਣੇਗਾ SIMRITI। सिमरिति, सिमृति, सिमृति। क्योंकि राधा है थोड़ा ये फास्ट बोले जाता है, एक भरम शब्द होता है, रारा पूरा होता है। जे रारा पैर विच लगा है होवे भब्बे दे तां शब्द भरम नहीं बनता, वो शब्द बनता है भ्रम। एक शब्द कर्म, दूसरा क्रम। एक शब्द पूरे रारे नाल धर्म, दूजा शब्द पैर विच रारे नाल धद्दे दे धर्म। ये फर्क है। एक शब्द पूरे रारे नाल है प्रसादी, एक शब्द पप्पे दे पैर विच रारे नाल है, वो प्रसादी नहीं पढ़िया जाएगा, प्रसादी। रारा क्योंकि अद्धा है, इसनों फास्ट पढ़िया जाएगा प्रसादी। सो इस तरह ये शब्द है, इसका उच्चारण है सिमृति। वेद पुराण सिमृति। हुण देखिए ये शब्द जो सिमृति है, ये गौड़ी सुखमनी महला पंजवां सिरलेख वाले बाणी विच होर कई थावां ते आउंदा है, कुछ प्रमाण आपां लैणे हन। जो सिमृति शब्द है, इसका अर्थ है हिंदुस्तान दियां पुरातन पुस्तकां ऋषियां मुनियां ने लिखिया हुईयां सिमृतियां। सिमृतियां जिस तरह मनुसिमृति है, ये गिणती विच 27 या 28 ਵੱਖ-ਵੱਖ गिणती लिखी है विद्वानों ने। सो इस तरह ये शब्द जो है ये पुस्तकों के नाम नाल संबंध रखता है, याद करने के अर्थां विच ये नहीं है। क्योंकि शब्द जोड़ दसते हैं कि ये शब्द जो है ये सिमृति है, भावें इसनूं पाठ करने वाले सिमरत बोलते हैं। ये सिमरत शब्द नहीं है तो ये लिखे गए शब्द जोड़ां दे अनुकूल नहीं है ये उच्चारण सिमरत। ना ही जो पैर विच लगा होया अद्धा रारा है, इसनूं बोलने नियमां दे मुताबिक भी नहीं है। सो सिमरत पाठ 100% गलत है। भावें किया जा रहा है ਅਤੇ श्रोते सुन रहे हैं, घर घर विच ये CDs VCDs ये चलदियां हैं, श्रोते सुन रहे हैं, पर कदी किसी सज्जन ने ये लभण का यतन नहीं किया भी ये ठीक है या गलत है।
ਖੋਜ ਦੀ ਰੁਚੀ ਬਹੁਤ ਘੱਟ ਹੈ। ਜਿਵੇਂ ਚੱਲ ਰਿਹਾ ਹੈ, ਪਾਠ ਚੱਲ ਰਿਹਾ ਹੈ, ਜਿਵੇਂ ਪ੍ਰਚਲਿਤ ਹੈ, ਇਸ ਦੇ ਮਗਰ ਲੱਗਣ ਦੀ ਬਹੁਤ ਰੁਚੀ ਹੈ ਵੀ ਇਹ ਮੰਨ ਕੇ ਵੀ ਇਹ ਠੀਕ ਹੀ ਹੈ, ਪਰ ਨਿੱਜੀ ਯਤਨ ਕੋਈ ਨਹੀਂ ਹਨ ਕਿ ਵਾਕਈ ਇਹ ਸ਼ਬਦ ਸਿਮਰਤ ਹੈ ਜਾਂ ਇਹ ਸਿਮ੍ਰਿਤੀ ਹੈ, ਇਹਦੇ ਅਰਥ ਕੀ ਹਨ। ਸੋ ਤੱਤਾ ਅੱਖਰ ਜਿਹੜਾ ਹੈ, ਇਸ ਦੇ ਅਖੀਰ ਵਿੱਚ ਜੇ ਬਿੰਦੀ ਦਾ ਉਚਾਰਨ ਕੀਤਾ ਜਾਏ ਤਾਂ ਇਹ ਪਲੂਰਲ ਸ਼ਬਦ ਬਣ ਜਾਂਦਾ ਸਿਮ੍ਰਿਤੀ, ਕਿਉਂਕਿ ਇਹ ਸ਼ਬਦ ਹੀ ਬਹੁਵਚਨ ਹੈ। ਵੇਦ ਪੁਰਾਣ ਸਿਮ੍ਰਿਤੀ। ਸੋ ਇਹ ਸ਼ਬਦ ਅਤੇ ਇਸ ਦਾ ਉਚਾਰਨ ਬੜਾ ਜ਼ਰੂਰੀ ਹੈ। ਦੇਖਣਾ ਵੀ ਕਿਵੇਂ ਕਰਨਾ ਹੈ। ਅੱਖਾਂ ਮੀਟ ਕੇ ਪਾਠ ਕਰਨਾ ਵੀ ਜਾਇਜ਼ ਨਹੀਂ। ਹਾਂ, ਆਪਣੇ ਵਾਸਤੇ ਕੀਤਾ ਜਾ ਸਕਦਾ ਹੈ, ਪਰ ਦੂਜੇ ਨੂੰ ਸੁਣਾਉਣ ਵਾਸਤੇ ਇਸ ਤਰ੍ਹਾਂ ਨਹੀਂ ਹੋ ਸਕਦਾ। ਜੇ ਇਸ ਤਰ੍ਹਾਂ ਦੀ ਖੋਜ ਪੜਤਾਲ ਦੀ ਰੁਚੀ ਨਹੀਂ ਹੈ, ਜਾਂ ਇਉਂ ਕਹੀਏ ਕਿ ਸ਼ਬਦ ਜੋੜਾਂ ਪ੍ਰਤੀ ਵਾਕਫੀਅਤ ਨਹੀਂ, ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀਆਂ ਗਈਆਂ ਭਾਸ਼ਾਵਾਂ ਪ੍ਰਤੀ ਵਾਕਫੀਅਤ ਨਹੀਂ, ਤਾਂ ਚੰਗਾ ਹੈ ਕਿ ਪਾਠ ਕਰਕੇ ਦੂਜਿਆਂ ਨੂੰ ਨਾ ਸੁਣਾਇਆ ਜਾਵੇ। ਇਸ ਤਰ੍ਹਾਂ ਗਲਤ ਲੀਹਾਂ ਪੈਣ ਤੋਂ ਕੁਝ ਬਚਾਅ ਹੋ ਸਕਦਾ ਹੈ। ਗਲਤ ਲੀਹਾਂ ਜਦੋਂ ਸਦੀਆਂ ਪਰ ਗਲਤ ਹੀ ਚੱਲੀਆਂ ਜਾਣ ਤਾਂ ਉਹ ਫਿਰ ਚੱਲਣ ਵਾਲਿਆਂ ਨੂੰ ਸਹੀ ਜਾਪਣ ਲੱਗ ਜਾਂਦੀਆਂ ਹਨ, ਕਿਉਂਕਿ ਸਦੀਆਂ ਪਰ ਉਹ ਚਲਦੀਆਂ ਰਹਿੰਦੀਆਂ ਹਨ। ਉਹਨਾਂ ਮਗਰ ਪ੍ਰਾਣੀ ਵੀ ਚੱਲਦੇ ਰਹਿੰਦੇ ਹਨ ਅਤੇ ਪੱਕੀਆਂ ਹੋ ਜਾਂਦੀਆਂ ਹਨ। ਇਹ ਗਲਤ ਲੀਹਾਂ ਅਣਗਹਿਲੀ ਨਾਲ ਹੀ ਪੈ ਰਹੀਆਂ ਹਨ ਅਤੇ ਪਈਆਂ ਹਨ। ਸੰਕੋਚ ਕਰਨਾ ਚਾਹੀਦਾ ਹੈ ਦੂਜਿਆਂ ਨੂੰ ਪੜ੍ਹ ਕੇ ਸੁਣਾਉਣ ਤੋਂ। ਜੇ ਆਪਣੀ ਕੋਈ ਖੋਜ ਨਹੀਂ, ਜੇ ਗੁਰਬਾਣੀ ਵਿੱਚ ਵਰਤੇ ਗਏ ਜੋ ਨਿਯਮ ਹਨ ਸ਼ਬਦ ਜੋੜਾਂ ਦੇ, ਲਿਖਣ ਕਲਾ ਦੇ, ਉਸ ਬਾਰੇ ਗਿਆਨ ਨਹੀਂ, ਤਾਂ ਚੰਗਾ ਹੈ ਕਿ ਪਾਠ ਆਪਣੇ ਵਾਸਤੇ ਕੀਤਾ ਜਾਏ, ਦੂਜਿਆਂ ਨੂੰ ਸੁਣਾਉਣ ਵਾਸਤੇ ਨਹੀਂ। ਸੋ ਆਓ ਦੇਖੀਏ ਕੁਝ ਪ੍ਰਮਾਣ ਜਿੱਥੇ ਸ਼ਬਦ ਪੁਸਤਕਾਂ ਦੇ ਅਰਥਾਂ ਵਿੱਚ ਆਉਂਦਾ ਹੈ। ਅੰਕ 265 ਉੱਪਰੋਂ ਦੋ ਪੰਕਤੀਆਂ ਹਨ। ਬਹੁ ਸ਼ਾਸਤਰ ਬਹੁ ਸਿਮ੍ਰਿਤੀ। ਇੱਥੇ ਤੱਤਾ ਅੱਖਰ ਨਾਲ ਵਿਹਾਰੀ ਸਪਸ਼ਟ ਤੌਰ 'ਤੇ ਲੱਗੀ ਹੋਈ ਹੈ। ਬਹੁ ਸ਼ਾਸਤਰ ਬਹੁ ਸਿਮ੍ਰਿਤੀ। ਇਸ ਸ਼ਬਦ ਨੂੰ ਸਿਮਰਤੀ ਨਹੀਂ ਪੜ੍ਹਿਆ ਜਾ ਸਕਦਾ, ਕਿਉਂਕਿ ਪੈਰ ਵਿੱਚ ਰਾਰਾ ਹੈ। ਇਸ ਨੂੰ ਸਿਹਾਰੀ ਪੜ੍ਹੀ ਜਾਣੀ ਹੈ, ਛੱਡੀ ਨਹੀਂ ਜਾ ਸਕਦੀ। ਇਹ ਨਿਯਮ ਹੈ। ਜੇ ਕ੍ਰਿਸ਼ਨ ਸ਼ਬਦ ਵਿੱਚ ਕਾਕੇ ਦੀ ਸਿਹਾਰੀ ਛੱਡ ਦਿੱਤੀ ਜਾਵੇ ਤਾਂ ਫਿਰ ਕ੍ਰਿਸ਼ਨ ਬਣ ਜਾਏਗਾ, ਕ੍ਰਿਸ਼ਨ। ਸਿਮ੍ਰਿਤੀ, ਕਿਉਂਕਿ ਪੈਰ ਵਿੱਚ ਜੋ ਰਾਰਾ ਹੈ, ਇਸ ਨੂੰ ਮਾਤਰਾ ਵੱਡੇ ਅੱਖਰ ਦੀ ਲੱਗਣੀ ਹੈ। ਜਿਸ ਦੇ ਪੈਰ ਵਿੱਚ ਇਹ ਲੱਗਾ ਹੋਇਆ, ਇਹ ਨਿਯਮ ਹੈ, ਇਹ ਅਸੂਲ ਹੈ, ਇਹ ਡਿਸਿਪਲਿਨ ਹੈ ਗੁਰਬਾਣੀ ਦਾ। ਇਸ ਕਰਕੇ ਇਹ ਸ਼ਬਦ ਸਿਮਰਤੀ ਨਹੀਂ ਹੋਏਗਾ ਪਾਠ ਵਿੱਚ। ਸਿਮ੍ਰਿਤੀ। ਬਹੁ ਸ਼ਾਸਤਰ ਬਹੁ ਸਿਮ੍ਰਿਤੀ। ਪੇਖੇ ਸਰਬ ਢੰਢੋਲੀ। ਦੋਵੇਂ ਢੱਡੇ ਹਨ। ਪੂਜਸੀ, ਜਿਸ ਤਰ੍ਹਾਂ ਪੂਜਣਾ ਹੁੰਦਾ ਹੈ, ਬਰਾਬਰੀ ਕਰਨੀ। ਪੂਜਸ ਨਾਹੀ ਹਰਿ ਹਰੇ, ਨਾਨਕ ਨਾਮ ਅਮੋਲ। ਹੁਣ ਇੱਥੇ ਸ਼ਬਦ ਸੀ ਸਿਮ੍ਰਿਤੀ, ਤੱਤਾ ਅੱਖਰ ਨਾਲ ਵਿਹਾਰੀ ਸੀ। ਇਹ ਸ਼ਬਦ ਕਿਤਾਬਾਂ ਦੇ ਨਾਮ ਵਾਸਤੇ ਵਰਤਿਆ ਗਿਆ ਹੈ।
इस पंक्ति में शास्त्रों का जिक्र है। शास्त्र भी किताबां हैं, पुस्तकां हैं। तो शास्त्रों के नाल सिमृतियां का भी जिक्र है, भी शास्त्र भी देखे हैं तो सिमृतियां भी खोज के देखियां हैं। ये हिंदुस्तान दी पुरातन पुस्तकां हैं। 276 अंक पर 10वीं अष्टपदी विचों पंक्ति है, कई कोटि वेद पुराण सिमृति और शास्त्र। इस पंक्ति में शास्त्र का मतलब है शास्त्र पुस्तकां। पहले प्रमाण में तत्ते अखर के पैर धारा लगा हुआ सी, स्पष्ट तौर पर शास्त्र एक शब्द होंदा है शस्त्र, वैपन, हथियार। पर इत्थे सस्से पहले नूं कन्ना होंदा है शास्त्र ते शात नहीं भी होंदी है शास्त्र। ये 6 शास्त्रां दे किताबां जो हैं 6 शास्त्र, उन्हां बारे ये जिक्र है। तो कई कोटि, कोटि का मतलब है करोड़ां। टैंक अखर नाल सियारी है, आराम नाल बोली जाती है, श्रोते नूं भी पता लग जाता है भी शब्द कोट नहीं कोटि है। कोट का अर्थ किला भी होंदा है जे औंकड़ होवे, कोट का अर्थ किले भी होंदा है जे टैंका मुक्ता होवे। एक वचन बहुवचन इस तरह मनते हैं। कोटि शब्द टैंका अखर नूं सिहारी है, इसका अर्थ ना किला है ना किले हैं, इसका अर्थ करोड़ां, कई कोटि। वेदां का जिक्र है, पुराणों का जिक्र है। पुराण भी हिंदुस्तान दी पुरातन पुस्तकां हैं, वेद भी। सब तो पहली जो लिखत है वो वेद मने गए हैं, 4 वेद। सो शब्द इस पर आया सिमृति, इसमें सिमरत नहीं पढ़िया जा सकता, रॉन्ग है पाठ सिमरत। 284 अंक पर 16वीं अष्टपदी विच एक पंक्ति है, नाम के धारे सिमृति वेद पुराण। इस पंक्ति में भी वेदां का जिक्र है, पुराणों का जिक्र है। ये पुस्तकों के नाम हैं, पुस्तकां हैं। सिमृति ये भी पुस्तकां हैं। सो किसी तरह भी ये शब्द सिमरत नहीं, जिसका अर्थ याद करना होंदा है। शब्द वाल आपां फिर आवांगे कित्थे सिमरत लिखिया होया, किहड़े प्रमाण हैं। सो इत्थे भी शब्द है सिमृति, क्योंकि ये पुस्तकां के नाम। 23वीं अष्टपदी विच 294 अंक उत्ते ये पंक्ति है, वेद पुराण सिमृति मैं पे मैं देख। इत्थे भी वेद पुराण ये पुस्तकां हैं, सिमृति नाल जोड़िया गया है, ये भी पुस्तकां दे नाम हैं। इत्थे भी इसका पाठ सिमरत नहीं है तो ना ही इसका अर्थ याद करना है। 9वीं अष्टपदी में 274 अंक उत्ते एक पंक्ति है, वेद पुराण सिमृति बुझ है मूल। फिर पुस्तकों के नाम विच ये सिमृति शब्द है, क्योंकि ये भी पुस्तकां ही हैं। वेद पुराण सिमृति शब्द स्पैलिंग वही तुरे आ रहे हैं। पहली प्रमाण विहारी सी तथा अखर नाल हुण शहरी तुरी आ रही है। यह शहरी वाला शब्द सुखमनी के आरंभ विच हुंदा है, जदों पढ़िया जाता है वेद पुराण सिमृति शुद्धाक्षर। अगे 3वीं अष्टपदी में 265 अंक पर एक पावन पंक्ति है, खाट शास्त्र सिमृति वख्यान। इत्थे खट का अर्थ है 6। संस्कृत के छट तो बनया है शब्द है खट। इसनों खट नहीं पढ़िया जाना, अदक नाल नहीं पढ़िया जाना, खाट 6 अर्थ है 6। शास्त्र पुस्तकां, सिमृति शब्द वरत्या गया है पुस्तकां। 296 अंक पर पावन पंक्ति है, सिमृति शास्त्र
बेद बखाणी इत्थे तथा अखर नाल विहारी है। आवाज़ लंबी होएगी। सिहारी की आवाज़ थोड़ी छोटी होंगी है, बिहारी की आवाज़ लंबी होंगी है। सिमृति शास्त्र वेद बखाणी शास्त्रां जिक्र है, वेदां का जिक्र है, नाल सिमृतियां का भी जिक्र है क्योंकि पुस्तकां 154 अंक उपर सिमृति शास्त्र पंडित मुख्य सोई। सो इस पंक्ति विच भी शास्त्र तो भाव शास्त्र ते नाल जिक्र है सिमृतियां का। अंक 900 पर सिमृति शास्त्र वेद पुराण। सो ये सारे शब्द पुस्तकां संबंधी हैं। पुराण भी पुस्तकां हैं, वेद पुस्तकां हैं, शास्त्र पुस्तकां हैं। तो ये सिमृति शब्द है, ये भी पुस्तकां के बारे है। इसका अर्थ ना तो याद करना है, ना ही इसका उच्चारण सिमरत है। शब्द जोड़ बड़े जरूरी हैं। किसी शब्द का उच्चारण करने वास्ते इन्हों ध्यान में रखना जरूरी है। इसके वर्गा शब्द जिसनों लोक या आम पाठक बिना सूझबूझ तो पढ़न वाले सज्जन पढ़ते हैं, वो शब्द सौखा है पढ़ना। उस सौखे शब्द नूं इस सिमृति वाले शब्द नाल जोड़ते हैं। वो शब्द जो सौखा है वो है सिमरत। एक सिहारी सस्सा अखर नाल पहले अखर नाल सिहारी लगी हुई है। अगे मम्मा रता है ना, बोलने कोई औखा ही नहीं। सिमरत मम्मा रता मर्द सीधे शब्द हैं, सस्से ने सिहारी सिमरत। ये शब्द बोलना सौखा है सिमरत। आम पाठक इसनों ठीक बोलते हैं सिमरत, कोई प्रॉब्लम नहीं है। पर इस सौखे शब्द का पाठ सिमृति शब्द उपर जोड़ते हैं। जाए कह लो भी इसका प्रभाव उस उपर पाते हैं, उन्होंने एको जिहा करके देखते हैं भी ये भी शब्द उदा का ही है तो ये भी सिमरत ही होना, इस करके पाठ उसका भी सिमरत ही किया जा रहा है, जो कि है नहीं। सिमरत शब्द ते सिमृति शब्द इन्हों के शब्द जोड़ बिल्कुल भिन्न। सिमरत शब्द अर्थ याद करना है। मम्मा रतता ये मुक्त अखर हैं। सिमृति शब्द विच मम्मा अखर नाल सिहारी है, मम्मा अखर के पैर चरारा है, तत्ते अखर में भी सिहारी है। फर्क है, शब्द जोड़ बिल्कुल डिफरेंट हैं। इन्हों का ट्रांसलिट्रेशन भी डिफरेंट है। भावें ट्रांसलिट्रेशन करने वाले इस पासे बहुत ध्यान नहीं देंगे, देना चाहिए है। दोनों शब्दों का ट्रांसलिट्रेशन एक जिहा नहीं। सिमरत शब्द का ट्रांसलिट्रेशन अंग्रेजी विच SIMARAT जिहड़ा शब्द सिमृति है उसका ट्रांसलेशन आप विचारिया से पहला SIMRITI सियारियां हैं, लगनियां हैं। सियारियां वास्ते आई शब्द भी वरते जाना है अंग्रेजी का। बिहारी वास्ते डबल ही होंगी है, सियारी वास्ते आई होंगी है। आई सियारी वास्ते इसकी साउंड शॉर्ट है, डबल ही बिहारी वास्ते है, इसकी साउंड जो है वो लंबी है। ये ठीक है कि इस आई नूं पंजाबी के जो नाम असीं अंग्रेजी में लिखते हाँ, इस आई की दुरवरतों होंदी है। कदी आई सिहारी वास्ते वरती जाती है, कदी आई विहारी वास्ते वरती जाती है। जिमें कोई मनजीत सिंह लिखने वेले JIT ना लिखता है, कोई JEET ना लिखता है। मनजीत सिंह आई नूं लंबी साउंड करके यूज़ करते हैं मनजीत। जे लिखना हो गुरदित तो उत्थे GURDIT विच आई नूं सिहारी तौर पर वरत लिया गुरदित।
ਤੇ ਮਨਜੀਤ ਵਿੱਚ ਆਈ ਲਿਖਣ ਵਾਲਿਆਂ ਨੇ ਇਸ ਨੂੰ ਵਿਹਾਰੀ ਸਮਝ ਕੇ ਵਰਤ ਲਿਆ। ਪਰ ਗੁਰਬਾਣੀ ਦੇ ਟ੍ਰਾਂਸਲੇਟਰੇਸ਼ਨ ਵਿੱਚ ਇਸ ਤਰ੍ਹਾਂ ਕਤਈ ਨਹੀਂ ਹੋ ਸਕਦਾ ਕਿ ਕਦੀ ਆਈ ਨੂੰ ਸਿਹਾਰੀ ਸਮਝ ਲਓ, ਕਦੀ ਆਈ ਨੂੰ ਵਿਹਾਰੀ ਸਮਝ ਲਓ, ਇਸ ਤਰ੍ਹਾਂ ਨਹੀਂ। ਸੋ ਟ੍ਰਾਂਸਲੇਟਰੇਸ਼ਨ ਵਿੱਚ ਸਿਹਾਰੀ ਨੂੰ ਆਈ ਦਾ ਅੱਖਰ ਦਿੱਤਾ ਗਿਆ ਹੈ ਅਤੇ ਵਿਹਾਰੀ ਨੂੰ ਡਬਲ ਈ ਦਾ। ਡਬਲ ਈ ਦੀ ਜਗ੍ਹਾ 'ਤੇ ਇੱਕ ਹੋਰ ਤਰੀਕਾ ਹੈ, ਆਈ ਦੇ ਉੱਪਰ ਇੱਕ ਛੋਟਾ ਜਿਹਾ ਸਿੰਬਲ ਲਾਇਆ ਜਾਂਦਾ ਹੈ ਆਈ ਨੂੰ ਲੰਬੀ ਕਰਨ ਦਾ। ਇਹ ਜੋ ਟ੍ਰਾਂਸਲੇਟਰੇਸ਼ਨ ਦਾ ਸਹੀ ਤਰੀਕਾ ਹੈ ਇਹ ਸਰਦਾਰ ਮਈਆ ਸਿੰਘ ਜੀ ਦੀ ਇੰਗਲਿਸ਼ ਰੋਮਨ ਪੰਜਾਬੀ ਡਿਕਸ਼ਨਰੀ ਵਿੱਚ ਦਿੱਤਾ ਗਿਆ ਹੈ। ਅਤੇ ਟ੍ਰਾਂਸਲੇਟਰੇਸ਼ਨ ਕਰਨ ਸਮੇਂ ਇਸ ਨੂੰ ਫਾਲੋ ਕਰਨਾ ਜ਼ਰੂਰੀ ਹੈ, ਫਾਲੋ ਕਰਨਾ ਚਾਹੀਦਾ ਹੈ ਤਾਂ ਜੋ ਟ੍ਰਾਂਸਲੇਟਰੇਸ਼ਨ ਦੀ ਇਕਸਾਰਤਾ ਹੋ ਸਕੇ ਅਤੇ ਟ੍ਰਾਂਸਲੇਟਰੇਸ਼ਨ ਤੋਂ ਵਾਪਸ ਪੰਜਾਬੀ ਦੇ ਸ਼ਬਦ, ਗੁਰਬਾਣੀ ਦੇ ਸ਼ਬਦ ਬਿਲਕੁਲ ਹੂਬਹੂ ਬਣ ਸਕਣ। ਜਿਸ ਤਰ੍ਹਾਂ ਟ੍ਰਾਂਸਲੇਟਰੇਸ਼ਨ ਵਿੱਚ ਸਤਿਨਾਮ ਇਸ ਨੂੰ ਲਿਖਦੇ ਹਨ SATNAM। This is not the proper translation of the word Satyanam. So they are writing as SATNAM. This word is not Satyanam. This word is, according to Sardar Maya Singh's dictionary, it is Satanam, because A is used for mukta sound. SAT Sat, NAM Nam, Satnam. So if we are to make Sati, क्योंकि तत्ते खनाल सिहारी है, we have to use this सिहारी too. SATI, this will be Sati. Then नाम ਕੰਨਾ ਹੈ, ਕੰਨੇ ਦੀ ਆਵਾਜ਼ ਲੰਬੀ ਹੈ, ਕੰਨੇ ਦੇ ਵਾਸਤੇ ਏ ਨਹੀਂ ਵਰਤੀ ਜਾਂਦੀ, ਕੰਨੇ ਦੇ ਵਾਸਤੇ ਡਬਲ ਏ ਵਰਤੀ ਜਾਂਦੀ ਹੈ, NAAM। ਇਹ ਬਣ ਗਿਆ ਨਾਮ। ਹੁਣ ਮੰਮਾ ਅੱਖਰ ਨਾਲ ਔਂਕੜ ਵੀ ਲੱਗਾ ਹੋਇਆ ਸਤਿਨਾਮ। ਇਸ ਔਂਕੜ ਨੂੰ ਵੀ ਸ਼ਾਮਲ ਕਰਨਾ ਹੈ ਟ੍ਰਾਂਸਲੇਟੇਸ਼ਨ ਵਿੱਚ ਤਾਂ ਯੂ ਲੱਗੇਗਾ ਐਂਡ ਵਿੱਚ, ਇੰਗਲਿਸ਼ ਦਾ ਅੱਖਰ ਯੂ। ਸੋ ਇਹ ਬਣੇਗਾ SATINAAMU ਸਤਿਨਾਮ। ਇਸ ਨੂੰ ਜੇ ਅਸੀਂ ਇਸ ਟ੍ਰਾਂਸਲਿਟਰੇਸ਼ਨ ਵਾਲੇ ਸ਼ਬਦ ਨੂੰ ਜੇ ਅਸੀਂ ਵਾਪਸ ਪੰਜਾਬੀ ਵਿੱਚ ਲਿਖੀਏ ਜਾਂ ਇਸ ਤੋਂ ਵਾਪਸ ਪੰਜਾਬੀ ਅੱਖਰ ਵਾਲਾ ਸ਼ਬਦ ਬਣਾਈਏ ਤਾਂ ਸਤਨਾਮ ਨਹੀਂ ਬਣੇਗਾ, ਬਿਲਕੁਲ ਕਰੈਕਟ ਸ਼ਬਦ ਬਣੇਗਾ ਸਤਿਨਾਮ। ਬਟ this is not going on properly in the world of transliteration. So they are doing like this, but it's not good. So ਸਿਮਰਤ ਸ਼ਬਦ ਸਿਮ੍ਰਿਤੀ ਸ਼ਬਦ ਨਾਲੋਂ ਸ਼ਬਦ ਜੋੜਾਂ ਵਿੱਚ ਵੀ ਪੈਣਾ ਹੈ, ਅਰਥਾਂ ਵਿੱਚ ਵੀ ਪੈਣਾ ਹੈ। How the two words can be spoken in the same way? Cannot be spoken. So ਦੇਖिए ਸਿਮਰਤ ਸ਼ਬਦ ਜਿਹੜਾ ਹੈ ਕੁਝ ਪ੍ਰਮਾਣ ਲੈਂਦੇ ਹਨ ਗੁਰੂ ਗ੍ਰੰਥ ਸਾਹਿਬ ਵਿੱਚੋਂ। ਅੰਕ 191 ਉੱਪਰ ਸਿਮਰਤ ਸਿਮਰਤ ਪ੍ਰਭ ਕਾ ਨਾਮ, ਸਗਲ ਰੋਗ ਕਾ ਬਿਨਸ਼ਿਆ ਥਾਮ। ਸਿਮਰਤ ਸਿਮਰਤ ਪ੍ਰਭ ਕਾ ਨਾਮ, ਪ੍ਰਭੂ ਦਾ ਨਾਮ ਸਿਮਰਦਿਆਂ ਸਿਮਰਦਿਆਂ ਯਾਦ ਕਰਦਿਆਂ ਸਿਮਰਤੀ ਵਿੱਚ ਲਿਆਉਂਦਿਆਂ, ਧਿਆਨ ਵਿੱਚ ਲਿਆਉਂਦਿਆਂ। ਸੋ ਇੱਥੇ ਸਿਮਰਤ ਸ਼ਬਦ ਨਾਲ ਨਾ ਕੋਈ ਵੇਦ ਵਰਤਿਆ ਗਿਆ, ਨਾ ਕੋਈ ਪੁਰਾਣ ਸ਼ਬਦ ਵਰਤਿਆ ਗਿਆ, ਨਾ ਕੋਈ ਸ਼ਾਸਤਰ ਸ਼ਬਦ ਵਰਤਿਆ ਗਿਆ। ਇਹ ਇਕੱਲਾ ਸਿਮਰਤ ਸ਼ਬਦ ਹੈ। ਸਪਸ਼ਟ ਹੈ ਕਿ ਇਹ ਸ਼ਬਦ ਪੁਸਤਕਾਂ ਵਾਸਤੇ ਨਹੀਂ, ਇਹ ਸ਼ਬਦ ਯਾਦ ਕਰਨ ਵਾਸਤੇ ਹੈ, ਇਸ ਦਾ ਅਰਥ ਚੇਤੇ ਕਰਨਾ ਹੈ। ਇਸ ਤਰ੍ਹਾਂ ਅੰਕ 497 ਉੱਪਰ ਪੰਕਤੀ ਹੈ ਸਿਮਰਤ ਨਾਮ ਕੋਟੀ ਉਜਿਆਰਾ ਵਸਤੂ ਅਗੋਚਰ ਸੂਝੀ। ਇੱਥੇ ਵੀ ਸਿਮਰਤ ਨਾਮ ਸਿਮਰਨ ਦੇ ਨਾਲ ਕੋਟੀ ਉਜਿਆਰਾ, ਕੋਟੀ ਕਰੋੜਾਂ ਚਾਨਣ ਉਜਿਆਰਾ। ਸੋ ਇੱਥੇ ਵੀ ਵਰਡ ਸਿਮਰਤ ਹੈ। ਇਹਦੇ ਨਾਲ ਨਾ ਕੋਈ ਸ਼ਬਦ ਵਰਤਿਆ ਗਿਆ ਵੇਦ, ਨਾ ਕੋਈ ਸ਼ਬਦ ਵਰਤਿਆ ਗਿਆ ਪੁਰਾਣ, ਨਾ ਕੋਈ ਸ਼ਬਦ ਵਰਤਿਆ ਗਿਆ ਸ਼ਾਸਤਰ। ਇਹ ਇਕੱਲਾ ਸ਼ਬਦ ਹੈ ਸਿਮਰਤ, ਅਰਥ ਹੈ ਯਾਦ ਕਰਨਾ। ਇਸ ਅੰਕ 98 ਉੱਪਰ ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਇਆਲਾ ਜੀਉ। ਇੱਥੇ ਵੀ ਸਿਮਰਤ ਨਾਮ ਗਾਡ
ਈਸ਼ਵਰ ਦਾ ਨਾਮ, ਪ੍ਰਭੂ ਦਾ ਨਾਮ, ਹਰੀ ਦਾ ਨਾਮ, ਅਕਾਲ ਪੁਰਖ, ਉਸ ਨੂੰ ਯਾਦ ਕਰਦੇ ਹਾਂ। ਸਿਮਰਤ ਸ਼ਬਦ ਇੱਥੇ ਹੀ ਵਰਤਿਆ ਗਿਆ, ਨਾ ਕੋਈ ਸ਼ਬਦ ਵੇਦ ਨਾਲ ਵਰਤਿਆ ਗਿਆ। ਇਸ ਦੇ ਨਾਲ ਵੀ ਕੋਈ ਪੁਰਾਣ ਜਾਂ ਸ਼ਾਸਤਰ ਇਸ ਤਰ੍ਹਾਂ ਸ਼ਬਦ ਨਹੀਂ ਵਰਤੇ ਗਏ। ਇਸ ਦਾ ਅਰਥ ਹੈ, ਇਹਦਾ ਮਤਲਬ ਹੈ ਕਿ ਸਿਮਰਤ ਸ਼ਬਦ ਪੁਸਤਕਾਂ ਵਾਸਤੇ ਨਹੀਂ ਹੈ, ਇਹ ਇਸ ਦਾ ਅਰਥ ਯਾਦ ਕਰਨਾ ਹੈ। ਇਸ ਤਰ੍ਹਾਂ ਹੀ ਅੰਕ 399 ਉੱਪਰ ਸਿਮਰਤ ਨਾਮ ਸਗਲ ਰੋਗ ਖਏ। 104 अंक पर सिमरत नाम कदे सिमरत नाम काटे सब फाहे। 104 अंक पर सिमरत नाम काटे सब फाहे। 262 अंक पर प्रभ सिमरत कछ बिघ्न न लागै। ये जो पंक्ति है ये बिल्कुल उत्थे ही नेड़े है जिथे वेद पुराण सिमृति शुद्धाखिर पंक्ति लिखी हुई है। उससे थोड़ा जिहा अगे जाके नाल ही पंक्ति आ जाती है। कभी पाठ करने वालियां ने इन्हां दोवां शब्दां दा जो नेड़े नेड़े लिखे हैं कोई भेद नहीं लभा भी ये दोवें शब्द सिमरत किवें हो गए, क्योंकि दोहां दे शब्द जोड़ मिलते हैं। सिमरत किवें हो गए, दोहां दे अर्थ मिलते हैं, पर पाठ किया जा रहा है दोवां शब्दों का सिमरत जो योग ने। सो इस तरह पाठ में बड़ियां बारीकियां हैं कि इन्हां बारीकियां नूं समझण वास्ते हर एक नूं यतन करना पवेगा, तां जो ये जो पुरातनता है, पुरातन ढंग नाल लिखे गए शब्द जोड़ हैं, ये साडे मनां विच आ सकण, असीं इन्हां शब्द जोड़ां मुताबक शुद्ध उच्चारण कर सकीए। वाहिगुरू जी का खालसा, वाहिगुरू जी की फतेह।